ਸਾਥੀਓ ਲਾਲ ਸਲਾਮ। ਮੈਂ ਹਾਂ ਰਣਜੀਤ ਰਾਣਾ, ਤੁਹਾਡਾ ਆਪਣਾ ਸਾਥੀ। ਆਪਣੇ ਚੱਲਦੇ ਸਫ਼ਰ ਦੀ ਮੈਂ ਅਗਲੀ ਕੜੀ ਲੈ ਕੇ ਅੱਜ ਤੁਹਾਡੇ ਸਾਹਮਣੇ ਪੇਸ਼ ਹਾਂ। ਅਤੇ ਕੁਛ ਇੱਕ ਦੋ ਸਵਾਲ ਮੇਰੇ ਸਾਹਮਣੇ ਆਏ ਸੀ। ਇੱਕ ਤਾਂ ਨਿਰਮਲ ਦਾ ਸਵਾਲ ਸੀ। ਉਹ ਸਾਥੀ ਨੇ ਇਹ ਸਵਾਲ ਕੀਤਾ ਸੀਗਾ ਜਾਂ ਸੁਝਾਅ ਦਿੱਤਾ ਸੀ ਕਿ ਪ੍ਰਿਥੀਪਾਲ ਦਾ ਕੇਸ ਕਿਸ ਤਰ੍ਹਾਂ ਲੜਿਆ ਗਿਆ ਜਾਂ ਉਸ ਤੋਂ ਮਗਰਾਂ ਦੀਆਂ ਡਿਵੈਲਪਮੈਂਟਸ। ਸਾਥੀ ਇਹ ਆਪਣੀ ਸੀਕੁਐਂਸ ਦੇ ਵਿੱਚ ਕਾਫੀ ਮਗਰੋਂ ਆਉਂਦੀ ਹੈ ਗੱਲ, ਅਤੇ ਇਸ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਐਡਰੈਸ ਕਰਾਂਗੇ ਜਦੋਂ ਇਸ ਦਾ ਟਾਈਮ ਆਇਆ। ਪਰ ਹਜੇ ਤਾਈਂ ਇਹ ਕਾਫੀ ਮਗਰੋਂ ਹੈ, ਲੇਕਿਨ ਹਜੇ ਇਹ ਵੀ ਨਹੀਂ ਤੈਅ ਵੀ ਅਸੀਂ ਕਿਸ ਤਰ੍ਹਾਂ ਅਤੇ ਕਦੋਂ ਇਸ ਨੂੰ ਤੈਅ ਕਰਾਂਗੇ। ਅਤੇ ਮੈਂ ਤੁਹਾਨੂੰ ਪ੍ਰਾਈਵੇਟਲੀ ਆਪਾਂ ਗੱਲਬਾਤ 'ਚ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਾਂਗਾ, ਲੇਕਿਨ ਐਜ਼ ਗਰੁੱਪ ਆਪਣੀ ਡਿਸਕਸ਼ਨ ਇਸ ਦਾ ਜੋ ਮੇਰੀ ਪਲਾਨ ਬਦਲ ਵੀ ਸਕਦੀ ਹੈ, ਹੋਰਾਂ ਨਾਲ ਰਾਏ ਵੀ ਕੀਤੀ ਜਾ ਸਕਦੀ ਹੈ, ਲੇਕਿਨ ਵੀ ਇਸ ਦਾ ਮੇਰੀ ਪਲਾਨ ਦੇ ਅਨੁਸਾਰ ਥੋੜ੍ਹੀ ਜਿਹੀ ਹਜੇ ਸੀਕੁਐਂਸ ਪਿੱਛੇ ਆ। ਅਤੇ ਦੂਸਰਾ ਸਵਾਲ ਸੀ ਆਪਣੇ ਸਾਥੀ ਸੁਰਿੰਦਰ ਚਾਲ ਦਾ। ਇਸ ਨੇ ਪ੍ਰਾਈਵੇਟਲੀ ਮੇਰੇ ਨਾਲ ਫੋਨ 'ਤੇ ਗੱਲ ਕਰਦਿਆਂ ਇੱਕ ਜ਼ਿਕਰ ਕੀਤਾ ਸੀ ਕਿ ਡਾਇਰੈਕਟਰ ਪ੍ਰਿਥੀਪਾਲ ਸਿੰਘ ਦੇ ਜਦੋਂ ਤਮਗਿਆਂ ਦਾ ਜ਼ਿਕਰ ਕੀਤਾ ਤਾਂ ਉਹਦੇ ਵਿੱਚ ਇੱਕ ਤਮਗਾ ਉਸ ਦਾ ਇਹ ਵੀ ਸੀਗਾ ਕਿ ਉਸ ਨੂੰ ਸੰਨ 73 ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੋ ਵਾਈਸ ਚਾਂਸਲਰ ਸੀ, ਉਹਨਾਂ ਨੇ ਡਿਮੋਟ ਕਰਕੇ ਉਸ ਨੂੰ ਡਾਇਰੈਕਟਰ ਸਪੋਰਟਸ ਬਣਾ ਦਿੱਤਾ ਸੀ। ਉਹ ਮੈਂ ਭੁੱਲ ਗਿਆ ਸੀ ਉਹ ਪਹਿਲੀ ਉਸ ਸੈਗਮੈਂਟ ਦੇ ਵਿੱਚ, ਲੇਕਿਨ ਬਾਅਦ ਵਿੱਚ ਮੈਂ ਉਸ ਨੂੰ ਗੌਰ ਨਾਲ ਸੋਚਿਆ ਤਾਂ ਕਿਉਂਕਿ ਮੈਂ ਉਸ ਸਾਰੀ ਘਟਨਾ ਦਾ ਚਸ਼ਮਦੀਦ ਗਵਾਹ ਹਾਂ, ਅਤੇ ਉਹਦੇ ਵਿੱਚ ਮੈਨੂੰ ਲੱਗਿਆ ਵੀ ਇਹ ਕੰਟਰੋਵਰਸੀ ਦੀਆਂ ਕਾਫੀ ਗੱਲਾਂ ਆ ਸਕਦੀਆਂ, ਅਤੇ ਜਿਹੜੀ ਕਿ ਮੇਰੇ ਸਾਹਮਣੇ ਆਪ ਵੀ ਉਹ ਪੂਰੀ ਜਸਟੀਫਿਕੇਸ਼ਨ ਨਹੀਂ ਸੀ ਬਣਦੀ ਜਾਂ ਹੁਣ ਵੀ ਨਹੀਂ ਬਣਦੀ, ਇਨ ਦਾ ਸੈਂਸ ਵੀ ਉਹ ਚੀਜ਼ਾਂ ਜਿਸ ਤਰ੍ਹਾਂ ਅਨਫੋਲਡ ਹੋਈਆਂ, ਘਟਨਾਕ੍ਰਮ ਉੱਥੇ ਵਾਪਰਿਆ ਅਤੇ ਜਿਹਦੇ ਵਿੱਚ ਉਸ ਨੂੰ DSW ਤੋਂ ਡਾਇਰੈਕਟਰ ਆਫ ਸਪੋਰਟਸ ਬਣਾਇਆ। ਸੋ ਉਸ ਸੈਗਮੈਂਟ ਨੂੰ ਰੱਖਣਾ ਐਜ਼ ਅਨਕੰਟਰੋਵਰਸ਼ੀਅਲ, ਜਿਸ ਦੇ ਵਿੱਚ ਸਵਾਲ ਵੀ ਨਾ ਕੋਈ ਪੈਦਾ ਕੀਤਾ ਜਾ ਸਕੇ, ਤਾਂ ਮੈਂ ਉਸ ਨੂੰ ਉਸੇ ਤਰ੍ਹਾਂ ਹੀ ਰੱਖਣਾ ਚਾਹੁੰਦਾ। ਅਤੇ ਖੈਰ ਉਹ ਤਾਂ ਸੈਗਮੈਂਟ ਹੈ ਹੀ, ਪਰ ਇਸ ਚੀਜ਼ ਨੂੰ ਆਪਾਂ ਜਦੋਂ ਬਾਕੀ ਚੀਜ਼ਾਂ ਡਿਟੇਲ ਵਿੱਚ ਡਿਸਕਸ ਕਰਾਂਗੇ PSU ਦੇ ਬਾਰੇ, ਅਤੇ PSU ਦੇ ਹਜੇ ਆਪਣਾ ਫੋਕਸ ਹੈ ਜਿਹੜਾ ਉਹ ਰੰਧਾਵਾ ਦੇ ਉੱਪਰ ਜ਼ਿਆਦਾ ਹੈ। ਉਹ ਵੀ ਰੰਧਾਵਾ ਦੇ ਉੱਪਰ ਹੀ ਹੈ ਜੋ ਘਟਨਾ ਹੈ ਉਸ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਪਰ ਉਸ ਨੂੰ ਆਪਾਂ ਅਬਵ ਕੰਟਰੋਵਰਸੀ ਮੈਂ ਆਪਣੀ ਤੌਰ 'ਤੇ ਨਹੀਂ ਰੱਖ ਸਕਦਾ। ਸੋ ਇਸ ਕਰਕੇ ਉਸ ਦਾ ਜ਼ਿਕਰ ਮੈਂ ਦੁਬਾਰਾ ਵੀ ਲਿਆਉਣਾ ਨਹੀਂ ਚਾਹੂੰਗਾ। ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਜਦੋਂ ਆਪਾਂ ਉਸ PSU ਦੇ ਇਤਿਹਾਸ ਦੀ ਅਤੇ PSU ਯੂਨੀਵਰਸਿਟੀ ਦੇ ਵਿੱਚ ਇਸ ਦੀਆਂ ਬਾਕੀ ਘਟਨਾਵਾਂ ਦਾ ਹੋਰ ਸੀਕੁਐਂਸ ਦੇ ਵਿੱਚ ਜ਼ਿਕਰ ਕਰਾਂਗੇ। ਅਤੇ ਸੋ ਸਾਥੀਓ, ਗੱਲ ਆਪਾਂ 1977 ਤੋਂ ਸ਼ੁਰੂ ਕੀਤੀ ਸੀ ਪਿਛਲੇ ਐਪੀਸੋਡ ਦੇ ਵਿੱਚ, ਅਤੇ 1977 'ਚ ਸਾਥੀ ਰੰਧਾਵਾ ਜੇਲ੍ਹ ਤੋਂ ਵਾਪਸ ਆ ਕੇ PAU MSc ਜੁਆਇਨ ਕਰ ਚੁੱਕੇ ਸੀ। ਹਾਂ, ਉਦੋਂ ਪ੍ਰਿਥੀਪਾਲ ਦਾ ਵਿਆਹ ਵੀ ਹੋ ਗਿਆ ਸੀ। ਇਹ ਐਗਜ਼ੈਕਟ ਮੈਨੂੰ ਡੇਟ ਜਾਂ ਮੰਥ ਤਾਂ ਯਾਦ ਨਹੀਂ, ਲੇਕਿਨ ਮੇਰਾ ਖਿਆਲ ਸਮਰ ਦੇ ਵਿੱਚ ਹੀ ਵਿਆਹ ਹੋ ਗਿਆ ਸੀ, ਅਤੇ ਪ੍ਰਿਥੀਪਾਲ ਰੰਧਾਵਾ ਜਵਾਹਰ ਨਗਰ ਕੈਂਪ ਵਿੱਚ ਰਹਿਣ ਲੱਗ ਗਏ ਸੀ, ਅਤੇ MSc 'ਚ ਐਡਮਿਸ਼ਨ ਲੈਣ ਤੋਂ ਸ਼ਾਇਦ ਪਹਿਲਾਂ ਦੀ ਕੋਈ ਗੱਲ ਹੈ ਇਹ ਉਸ ਦਾ ਵਿਆਹ ਹੋਣਾ। ਅਤੇ ਫਿਰ ਇੱਕ ਹੋਰ ਜਿਹੜੀ ਚੀਜ਼ ਸਾਡੇ ਡਿਸਕਸ ਕਰਨ ਵਾਲੀ ਹੈ ਉਹ ਹੈ ਕਿ PAU ਦੇ ਵਿੱਚ PSU ਦਾ ਕਮਾਂਡ ਸਟਰਕਚਰ ਕੀ ਸੀ। ਕਮਾਂਡ ਸਟਰਕਚਰ ਇਸ ਤਰ੍ਹਾਂ ਸੀ ਕਿ ਜ਼ਿਆਦਾਤਰ ਜੋ ਐਕਟੀਵਿਟੀ ਹੈ, ਰੈਲੀਆਂ, ਮੁਜ਼ਾਹਰੇ, ਜਲੂਸ, ਜੋ ਕੁਛ ਐਕਟੀਵਿਟੀ ਹੈ ਉਹ ਜ਼ਿਆਦਾ ਅੰਡਰ ਗ੍ਰੈਜੂਏਟ ਲੈਵਲ 'ਤੇ ਹੈ। ਮਤਲਬ BSc ਸਟੂਡੈਂਟ ਜਿਹੜੇ ਹੁੰਦੇ ਸੀ ਉਹਨਾਂ ਦੀ ਉਹ ਜ਼ਿਆਦਾ ਸ਼ਮੂਲੀਅਤ ਹੁੰਦੀ ਸੀ, ਅਤੇ ਉਹੀ ਇਸ ਟਾਰਚ ਨੂੰ ਕੈਰੀ ਕਰਦੇ ਸੀ। MSc ਸਟੂਡੈਂਟਸ ਜਿਹੜੇ ਸੀ ਉਹ ਹਮਦਰਦੀ ਵੀ ਰੱਖਦੇ ਸੀ, ਬਹੁਤਿਆਂ ਮੌਕਿਆਂ 'ਤੇ ਰੈਲੀਆਂ ਮੁਜ਼ਾਹਰਿਆਂ 'ਚ ਵੀ ਆਉਂਦੇ ਸੀ, ਲੇਕਿਨ ਆਮ ਨਹੀਂ। ਉਹਨਾਂ ਦਾ ਕੰਮ ਵੱਖਰਾ ਸੀ, ਉਹਨਾਂ ਦਾ ਰਿਸਰਚ ਪ੍ਰੋਜੈਕਟਸ ਵੱਖਰੇ ਸੀ, ਉਹਨਾਂ ਦੀ ਜ਼ਿੰਮੇਵਾਰੀ ਵੱਖਰੀ ਸੀ, ਅਤੇ ਉਹ ਇੱਕ
BSc ਵਾਂਗੂ ਇੱਕ ਕੋਹੇਸਿਵ ਗਰੁੱਪ ਨਹੀਂ ਸੀ। ਸੋ ਇਸ ਕਰਕੇ MSc ਦੇ ਸਟੂਡੈਂਟਸ ਜੋ ਵੀ ਇਸ ਨਾਲ ਜੁੜੇ ਹੋਏ ਸੀ PSU ਦੇ ਨਾਲ, ਉਹ ਜੁੜੇ ਹੀ ਰਹੇ ਆ, ਲੇਕਿਨ ਉਹਨਾਂ ਦੀ ਜਿਹੜੀ ਐਕਟਿਵ ਸ਼ਮੂਲੀਅਤ ਹੈ ਉਹ ਉਨੀ ਜ਼ਿਆਦਾ ਨਹੀਂ ਸੀ। ਸੋ ਇਸ ਕਰਕੇ ਜੋ ਓਨਸ ਸੀ, ਜੋ ਜ਼ਿੰਮੇਵਾਰੀ ਸੀ ਇਸ ਨੂੰ ਮੂਵਮੈਂਟ ਨੂੰ ਚਲਾਉਣ ਦੀ, ਉਹ ਅੰਡਰ ਗ੍ਰੈਜੂਏਟ ਸਟੂਡੈਂਟਸ ਦੇ ਉੱਪਰ ਸੀ। ਮੈਂ ਵੀ ਉਦੋਂ ਅੰਡਰ ਗ੍ਰੈਜੂਏਟ ਸੀ ਅਤੇ ਮੇਰਾ 77-78 ਦਾ ਇੰਜੀਨੀਅਰਿੰਗ ਦੇ ਵਿੱਚ ਆਖਰੀ ਸਾਲ ਸੀ। ਲੇਕਿਨ ਜ਼ਿਆਦਾ ਆਧਾਰ PSU ਦਾ ਐਗਰੀਕਲਚਰ ਕਾਲਜ ਦੇ ਵਿੱਚ ਸੀ, ਜਿਸ ਦੀ ਸਟਰੈਂਥ ਵੀ ਕਾਫੀ ਜ਼ਿਆਦਾ ਸੀ, ਅਤੇ ਉਹੀ ਯੂਨੀਵਰਸਿਟੀਆਂ ਦੀ ਮੂਵਮੈਂਟਸ ਨੂੰ, PSU ਦੀ ਮੂਵਮੈਂਟਸ ਨੂੰ ਲੀਡ ਕਰਦਾ ਸੀ। ਸੋ ਇਸ ਦੇ ਵਿੱਚ ਨਾਲ ਸਵਾਲ ਪੈਦਾ ਹੋ ਜਾਂਦਾ ਕਿ ਜਦੋਂ ਜਸਪਾਲ ਜੱਸੀ ਯੂਨੀਵਰਸਿਟੀ ਦੇ ਵਿੱਚ ਆ ਗਿਆ 77 ਦੇ ਵਿੱਚ, ਤਾਂ ਇਹ ਉਸ ਦੀ ਜ਼ਿੰਮੇਵਾਰੀ ਸਾਰਿਆਂ ਤੋਂ ਵੱਧ ਬਣਦੀ, ਕਿਉਂਕਿ ਉਹ ਸੈਕਟਰੀ ਚੁਣਿਆ ਜਾ ਚੁੱਕਾ ਸੀਗਾ ਯੂਨੀਅਨ ਦਾ, ਕਾਲਜ ਦੇ ਯੂਨਿਟ ਦਾ, ਅਤੇ ਇਹ ਉਸ ਦੀ ਜ਼ਿੰਮੇਵਾਰੀ ਸਾਰਿਆਂ ਤੋਂ ਵੱਧ ਬਣਦੀ ਸੀ। ਫਿਰ ਉਹ ਜ਼ੋਨ ਦੇ ਵਿੱਚ ਚਲਿਆ ਗਿਆ ਸੀ। ਫਿਰ ਉਸ ਤੋਂ ਬਾਅਦ ਵਿੱਚ ਮੇਰਾ ਖਿਆਲ ਜਵਾਹਰ ਨੂੰ ਸੈਕਟਰੀ ਬਣਾ ਦਿੱਤਾ ਗਿਆ ਸੀ। ਅਤੇ ਇਹ ਪ੍ਰੋਸੈਸ ਕੁਛ ਪੰਜਾਬ ਸਟੂਡੈਂਟ ਯੂਨੀਅਨ ਦੇ ਇਲੈਕਸ਼ਨ ਦਾ ਇਸ ਤਰ੍ਹਾਂ ਸੀ ਕਿ ਤੁਸੀਂ ਪਹਿਲੀ ਵਾਰੀ ਚੁਣਦੇ ਹੋ ਤਾਂ ਉਸ ਤੋਂ ਅੱਗੇ ਜ਼ੋਨ ਦਾ ਸੈਕਟਰੀ ਬਣ ਜਾਂਦਾ, ਜ਼ੋਨ ਦਾ ਸੈਕਟਰੀ ਬਣਨ ਤੋਂ ਮਗਰੋਂ ਸਟੇਟ ਦਾ ਸੈਕਟਰੀ ਬਣਦਾ ਹੈ। ਲੇਕਿਨ ਇਹ ਪ੍ਰੋਸੈਸ ਜੋ ਯੂਨਿਟ ਲੈਵਲ ਤੋਂ ਸ਼ੁਰੂ ਹੁੰਦਾ ਹੈ, ਜਦੋਂ ਉਹ ਜਗ੍ਹਾ ਜ਼ੋਨ ਦਾ ਸੈਕਟਰੀ ਕੋਈ ਬਣ ਜਾਂਦਾ ਤਾਂ ਕਾਲਜ ਦੇ ਯੂਨਿਟ ਦੀ ਜੋ ਪੋਜੀਸ਼ਨ ਹੈ ਉਹ ਖਾਲੀ ਹੋ ਜਾਂਦੀ ਹੈ, ਤਾਂ ਨਵਾਂ ਸੈਕਟਰੀ ਚੁਣ ਲਿਆ ਜਾਂਦਾ ਹੈ। ਅਤੇ ਜੇ ਜ਼ੋਨ ਦੇ ਲੈਵਲ ਦੀ ਪੋਜੀਸ਼ਨ ਸੈਕਟਰੀ ਦੀ ਖਾਲੀ ਹੋ ਜਾਵੇ ਉਸ ਦੇ ਜਨਰਲ ਸੈਕਟਰੀ ਬਣਨ ਨਾਲ, ਤਾਂ ਉਸ ਨੂੰ ਭਰਨ ਲਈ ਯੂਨਿਟ ਦੇ ਸੈਕਟਰੀ ਨੂੰ ਅੱਗੇ ਭੇਜ ਦਿੱਤਾ ਜਾਂਦਾ, ਜ਼ੋਨ ਦਾ ਸੈਕਟਰੀ ਨਵਾਂ ਚੁਣ ਲਿਆ ਜਾਂਦਾ, ਅਤੇ ਜਿਹੜੇ ਯੂਨਿਟ ਤੋਂ ਖਾਲੀ ਹੁੰਦਾ ਉਹ ਜਗ੍ਹਾ ਉਹ ਨਵਾਂ ਸੈਕਟਰੀ ਚੁਣ ਕੇ ਭਰ ਲਈ ਜਾਂਦੀ ਆ। ਸੋ ਇਸ ਤਰ੍ਹਾਂ ਸੀ। ਜਦੋਂ ਨਵਾਂ ਸਾਲ ਸ਼ੁਰੂ ਹੋਇਆ 77 ਦਾ, ਤਾਂ ਪ੍ਰਿਤੀਪਾਲ ਦਾ ਸੈਕਟਰੀ ਚੁਣੇ ਜਾਣਾ ਅਤੇ ਜ਼ੋਨ ਦਾ ਸੈਕਟਰੀ ਚੁਣੇ ਜਾਣਾ, ਅਤੇ ਫਿਰ ਜਨਰਲ ਸੈਕਟਰੀ ਪੰਜਾਬ ਦਾ ਚੁਣੇ ਜਾਣਾ, ਜੋ ਜ਼ੋਨ, ਫਿਰ ਜਸਪਾਲ ਦਾ ਵੀ ਇਸੇ ਤਰ੍ਹਾਂ ਹੀ ਯੂਨਿਟ ਦਾ ਸੈਕਟਰੀ ਚੁਣੇ ਜਾਣਾ, ਫਿਰ ਜ਼ੋਨ ਦਾ ਸੈਕਟਰੀ ਚੁਣੇ ਜਾਣਾ, ਅਤੇ ਯੂਨਿਟ ਦਾ ਸੈਕਟਰੀ ਖਾਲੀ ਹੋਈ ਜਗ੍ਹਾ ਨੂੰ ਭਰਨ ਲਈ ਜਵਾਹਰ ਜ਼ੋਨ ਕਾਲਜ ਦਾ ਸੈਕਟਰੀ ਸੀ। ਅਤੇ ਜਸਪਾਲ ਦਾ ਆਉਣਾ ਇੱਕ ਯੂਨੀਵਰਸਿਟੀ ਦੇ ਵਿੱਚ ਕੋਇਨਸੀਡੈਂਟਲ ਨਹੀਂ ਸੀ ਵੀ ਉਹ ਉਸ ਐਡਮਿਸ਼ਨ ਲਈ ਅਤੇ ਉਸਨੇ ਆ ਗਿਆ। ਉਹ ਯੂਨੀਅਨ ਦੇ ਵਿੱਚ ਪਹਿਲਾਂ ਵੀ ਐਕਟਿਵ ਸੀ ਕਿਸੇ ਹੋਰ ਕਾਲਜ, ਮੇਰਾ ਖਿਆਲ ਸ਼ਾਇਦ ਖੰਨੇ ਜਾਂ ਆਰੀਆ ਕਾਲਜ, ਮੈਨੂੰ ਹੁਣ ਇਹ ਐਗਜ਼ੈਕਟਲੀ ਯਾਦ ਨਹੀਂ, ਅਤੇ ਉੱਥੇ ਵੀ ਉਸਨੇ 1 ਜਾਂ 2 ਸਾਲ ਲਾਏ ਹੋਏ ਸੀ। ਅਤੇ ਲੇਕਿਨ ਸੀ ਹਜੇ ਬਿਲਕੁਲ ਤੁਸੀਂ ਕਹਿ ਲਓ ਵੀ ਛੋਟੀ ਉਮਰ ਦਾ, ਅਤੇ ਯੂਨੀਵਰਸਿਟੀ 'ਚ ਲਿਆਉਣ ਦਾ ਮਕਸਦ ਇਹ ਸੀ ਕਿ ਉਹ ਐਜ਼ ਫਿਊਚਰ ਲੀਡਰ ਐਕਸੈਪਟ ਹੋ ਸਕੇ ਅਤੇ ਇਸਟੈਬਲਿਸ਼ ਵੀ ਹੋ ਸਕੇ, ਅਤੇ ਜੋ ਕਿ ਅੱਗੇ ਯੂਨੀਅਨ ਦਾ ਫਿਰ ਪਿਰਥੀ ਦਾ ਰਿਪਲੇਸਮੈਂਟ ਬਣੇ, ਜਦੋਂ ਪਿਰਥੀ ਯੂਨੀਅਨ ਤੋਂ ਗ੍ਰੈਜੂਏਟ ਹੋ ਸਕੇ ਜਾਂ ਯੂਨੀਅਨ ਤੋਂ ਉਹ ਅਗਲੇ ਪੜਾਅ 'ਤੇ ਪਹੁੰਚ ਸਕੇ। ਸੋ ਇਸ ਤਰ੍ਹਾਂ ਮੈਂ ਮਹਿਸੂਸ ਕੀਤਾ ਕਿ ਇਸ ਚੀਜ਼ ਨੂੰ ਥੋੜ੍ਹਾ ਜਿਹਾ ਜਾਣਨਾ ਜ਼ਰੂਰੀ ਸੀਗਾ ਕਿ ਯੂਨੀਵਰਸਿਟੀ ਦੀ ਫੰਕਸ਼ਨਿੰਗ ਇਸ ਤਰ੍ਹਾਂ ਸੀ, ਅਤੇ ਇਹਦੇ 'ਚ ਸ਼ਾਇਦ ਕਿਸੇ ਨੂੰ ਕਰੈਕਸ਼ਨ ਹੋਵੇ ਛੋਟੀ ਬਹੁਤੀ ਤਾਂ ਉਹ ਮੋਸਟ ਵੈਲਕਮ ਹੈ, ਕਿਉਂਕਿ ਮੈਂ ਆਪਣੀ ਮੈਮਰੀ 'ਚੋਂ ਹੀ ਇਹ ਚੀਜ਼ਾਂ ਕੱਢ ਕੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਜਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਸੋ ਮੈਂ 100% ਬਹੁਤੀਆਂ ਚੀਜ਼ਾਂ ਵਾਸਤੇ ਨਹੀਂ ਸਹਿਮਤ ਨਹੀਂ ਸ਼ੋਰ ਹੋਊਂਗਾ। ਸੋ ਇਸ ਨੂੰ ਜੇ ਮੇਰੀ ਗਲਤੀ ਵੀ ਹੋਵੇ ਤਾਂ ਆਪਾਂ ਉਸ ਨੂੰ ਸੁਲਝਾਉਣ ਦੀ ਗੁੰਜਾਇਸ਼ ਰੱਖਦੇ ਹਾਂ, ਇਸ ਨੂੰ ਰੈਕਟੀਫਾਈ ਕਰਨ ਦੀ। ਜੋ ਆਪਾਂ ਮੁਕਤਸਰ ਅਤੇ ਉਹ ਗੁੰਡਾ ਗਰੁੱਪ ਦੇ ਦੋਨਾਂ ਗਰੁੱਪਾਂ ਦੀ ਲੜਾਈ ਦਾ ਪੜਾਅ 'ਤੇ ਪਹੁੰਚੇ ਸਾਂ, ਉਸ ਦੇ ਨਾਲ ਮੈਂ ਇੱਕ ਥੋੜ੍ਹਾ ਜਿਹਾ ਐਨਾਲਿਟੀਕਲ ਜੋ ਮੇਰੀ ਸੋਚ ਹੈ ਜਾਂ ਜੋ ਕੁਛ ਮੈਂ ਉਸ ਦਾ ਐਨਾਲਿਸਿਸ ਕਰਦਾ ਉਹ ਮੁਕਤਸਰ ਗਰੁੱਪ ਦਾ, ਉਹ ਥੋੜ੍ਹਾ ਜਿਹਾ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਤਾਂ ਕਿ ਇਸ ਚੀਜ਼ ਨੂੰ ਪ੍ਰੋਪਰ ਪਰਸਪੈਕਟਿਵ 'ਚ ਠੀਕ ਸਮਝਿਆ ਜਾਵੇ। ਉਹ ਇਸ ਤਰ੍ਹਾਂ ਸੀ ਕਿ ਮੁਕਤਸਰ ਦਾ ਗਰੁੱਪ ਜੋ ਸੀ ਇਹ ਜ਼ਿਆਦਾਤਰ ਸਪੋਰਟਸ ਦੇ ਵਿੱਚ ਸੀ, ਅਤੇ ਆਪਣਾ ਇੱਕ ਗਰੁੱਪ ਇਹਨਾਂ ਨੇ ਇਕੱਠਾ ਬਣਾਇਆ ਹੋਇਆ ਸੀਗਾ
ਤੇ ਵਿਦ ਆਲ ਫੇਅਰਨੈਸ ਇਹ ਸਟੂਡੈਂਟ ਹੈ ਜਿਹੜੇ ਪੜ੍ਹਨ ਵਿੱਚ ਬਹੁਤ ਚੰਗੇ ਸੀ, ਕਾਫੀ ਚੰਗੇ ਸੀਗੇ। ਬਾਕੀ ਜਿਸ ਤਰ੍ਹਾਂ ਆਪਾਂ PSU ਦੀ ਲੀਡਰਸ਼ਿਪ ਦੇ ਬਾਰੇ ਗੱਲ ਕਰਦੇ ਹਾਂ, ਇਹ ਸਟੂਡੈਂਟ ਵੀ ਐਜੂਕੇਸ਼ਨ ਪੜ੍ਹਾਈ ਦੇ ਵਿੱਚ ਚੰਗੇ ਗ੍ਰੇਡਸ ਵਾਲੇ ਸੀਗੇ। ਦੂਸਰੀ ਗੱਲ, ਇਸ ਗਰੁੱਪ ਦੇ ਵਿੱਚੋਂ ਕਾਫੀ ਸਟੂਡੈਂਟਸ ਹੈ ਜਿਹੜੇ ਸਪੋਰਟਸ ਵਿੱਚ ਸੀ, ਖਾਸ ਕਰਕੇ ਵਾਲੀਬਾਲ ਦੇ ਵਿੱਚ, ਅਤੇ ਵਾਲੀਬਾਲ ਦੀ ਟੀਮ ਦੇ ਵਿੱਚ ਵੀ ਉਹ ਸੀ। ਸੋ ਐਜ਼ ਏ ਗਰੁੱਪ ਇਹਨਾਂ ਦਾ ਕੋਈ ਇਹੋ ਜਿਹਾ ਗੁੰਡਾਗਰਦੀ ਵਾਲਾ ਰੈਕਡ ਨਹੀਂ ਸੀ, ਅਤੇ ਨਾ ਹੀ ਉਸ ਤਰ੍ਹਾਂ ਇਹ ਆਇਡੈਂਟੀਫਾਈਡ ਸੀ ਕਿ ਇਹ ਗੁੰਡੇ ਨੇ। ਪਰ ਇਹ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੇ ਚੇਲਿਆਂ ਵਿੱਚੋਂ, ਖਾਸ ਚੇਲਿਆਂ ਦੇ ਵਿੱਚੋਂ ਇੱਕ ਸੀ। ਅਤੇ ਉਸ ਦਾ ਵੀ ਜਦੋਂ ਮੈਂ ਥੋੜ੍ਹਾ ਜਿਹਾ ਫਰਦਰ ਮਾਈਕਰੋਕਾਜ਼ਮ ਕਰਦਾ ਤਾਂ ਉਸ ਦੀ ਲੜੀ ਸੀ ਜਿਹੜੀ ਇਹਨਾਂ ਦੀ ਉਸ ਡਾਇਰੈਕਟਰ ਦੇ ਨਾਲ ਜੋੜਨ ਲਈ ਜਾਂ ਜਿਸ ਢੰਗ ਨਾਲ ਜੁੜੀ ਹੋਈ, ਉਹ ਵਾਲੀਬਾਲ ਦਾ ਇੱਕ ਕੋਚ ਸੀ ਉੱਥੇ, ਜੋ ਵੀ ਇਹ ਮੁਕਤਸਰ ਏਰੀਏ ਦੇ ਦਾ ਹੀ ਸੀ। ਅਤੇ ਉਹ ਆਦਮੀ ਜਿਹੜਾ ਸੀ, ਉਹ ਇੱਕ ਜਿਸ ਨੂੰ ਆਪਾਂ ਕਹੀਏ ਵੀ ਸਰਵਾਈਲ ਐਟੀਟਿਊਡ, ਜਿਸ ਨੂੰ ਪੰਜਾਬੀ 'ਚ ਕਹੀਏ ਵੀ ਗੁਲਾਮ ਜ਼ਹਿਨੀਅਤ ਦਾ ਆਦਮੀ ਸੀ। ਅਤੇ ਕਿਉਂਕਿ ਸਪੋਰਟਸ ਜਿਹੜੀਆਂ ਸੀਗੀਆਂ ਉਹ ਡਾਇਰੈਕਟਰ ਦੇ ਥੱਲੇ ਸੀ, ਅਤੇ ਜਿਸ ਤਰ੍ਹਾਂ ਕਿ ਸਪੋਰਟਸ ਦੇ ਕੋਚ ਦਾ ਸਪੋਰਟਸ ਦੇ ਜੋ ਸਪੋਰਟਸਮੈਨ ਹੁੰਦੇ ਆ ਉਹਨਾਂ 'ਤੇ ਪ੍ਰਭਾਵ ਹੁੰਦਾ, ਅਤੇ ਉਸ ਤੋਂ ਗਾਹਾਂ ਉਹਦੀ ਕੋਸ਼ਿਸ਼ ਪੂਰੀ ਸੀਗੀ ਵੀ ਕਿ ਇਹ ਜਿਹੜੇ ਆਪਣੇ ਮੁਕਤਸਰ ਦੇ ਆ ਇਸ ਗਰੁੱਪ ਦੇ ਯੂਨੀਅਨ ਵੱਲ ਨਾ ਜਾਣ। ਅਤੇ ਉਹ ਕੁਦਰਤੀ ਤੌਰ 'ਤੇ ਕਿ ਫਸਟ ਈਅਰ ਤੋਂ ਜਦੋਂ ਇਹ ਗੱਲ ਸ਼ੁਰੂ ਹੁੰਦੀ ਆ ਤਾਂ ਉਹ ਉਸ ਇਨਫਲੂਐਂਸ 'ਚ ਆਉਂਦੇ ਆ ਅਤੇ ਉਸ ਇਨਫਲੂਐਂਸ ਦੇ ਵਿੱਚ ਹੀ ਰਹਿੰਦੇ ਆ। ਸੋ ਇਸ ਕਰਕੇ ਇਹ ਇਹਨਾਂ ਦਾ ਜੋ ਕਿਰਦਾਰ ਸੀ ਉਹ ਮੇਰੇ ਸਾਹਮਣੇ ਆ, ਅਤੇ ਉਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਿਆ। ਲੇਕਿਨ ਕੋਈ ਇਸ ਤੋਂ ਬਿਨਾਂ ਇਹਨਾਂ ਦੇ ਉੱਪਰ ਕੋਈ ਇਹੋ ਜਿਹੀ ਨਹੀਂ ਸੀ। ਕੁਛ ਇਹਨਾਂ ਦੇ ਗਰੁੱਪ ਦੇ ਮੈਂਬਰ PSU ਦੀਆਂ ਰੈਲੀਆਂ 'ਚ ਅਤੇ ਸਪੋਰਟਰ ਵੀ ਸੀਗੇ, ਅਤੇ ਕੁਝ ਸਾਇਲੈਂਟ ਸਪੋਰਟਰ ਵੀ ਸੀਗੇ। ਸੋ ਇਸ ਕਰਕੇ ਇਹਨਾਂ ਦਾ ਡਾਇਰੈਕਟ ਦੋ ਗੁੰਡਾ ਗਰੁੱਪ ਦੇ ਤੌਰ 'ਤੇ ਕੰਪੈਰੀਜ਼ਨ ਕਰਨਾ ਉਸ ਸਟੇਜ ਦੇ ਉੱਪਰ ਮੈਨੂੰ ਠੀਕ ਨਹੀਂ ਲੱਗਦਾ। ਲੇਕਿਨ ਜਦੋਂ ਇਹਨਾਂ ਦੀ ਲੜਾਈ ਸ਼ੁਰੂ ਹੋਈ, ਕਿਉਂਕਿ ਇਹ ਆਪ ਉਸ ਲੈਵਲ ਦੇ ਗੁੰਡੇ ਨਹੀਂ ਸੀ, ਜਾਂ ਗੁੰਡੇ ਹੈ ਹੀ ਨਹੀਂ ਸੀ ਇਹ ਕਹਿ ਲਵਾਂ, ਇਹਨਾਂ ਨੇ ਬਾਹਰੋਂ ਗੁੰਡੇ ਅੰਗੇਜ ਕੀਤੇ ਅਤੇ ਉਹਨਾਂ ਨੂੰ ਨਾਲ ਲਿਆ ਕੇ ਲੜਾਈ ਲੜਨੀ ਸ਼ੁਰੂ ਕੀਤੀ। ਅਤੇ ਉਹਦੀਆਂ ਆਪਣੀਆਂ ਕੋਨੋਟੇਸ਼ਨਸ ਹੈ, ਜਿਹੜੀਆਂ ਕਿ ਜੇ ਤੁਸੀਂ ਕਿਸੇ ਨੂੰ ਬਾਹਰੋਂ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ ਉਹਦੇ ਲਈ ਜਾਣਾ ਵੀ ਪਊਗਾ, ਇਹ ਅਜਿਹੀਆਂ ਹੋਰ ਗੱਲਾਂ। ਪਰ ਆਪਾਂ ਉਸ ਸਟੇਜ ਦੇ ਉੱਪਰ ਪਹੁੰਚ ਗਏ ਸੀ ਕਿ ਜਦੋਂ ਇਹਨਾਂ ਨੇ ਕਿਹਾ ਕਿ ਸਾਨੂੰ ਸਮਝੌਤਾ ਹੋ ਗਿਆ, ਅਤੇ ਗੱਲ ਠੰਡੀ ਹੋ ਗਈ, ਅਤੇ ਇਹਦੇ ਵਿੱਚ ਕੋਈ ਬਹੁਤਾ ਅੱਗੇ ਪਰਸਿਊ ਕਰਨ ਦੀ ਜ਼ਰੂਰਤ ਵੀ ਨਹੀਂ ਸੀ। ਲੇਕਿਨ ਸਾਨੂੰ ਇੰਨਾ ਅਸੀਂ ਕੁਛ ਰਿਜ਼ੋਲਵ ਕਰ ਲਿਆ ਸੀ ਐਜ਼ PSU ਕਿ ਜੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਤਾਂ ਯੂਨੀਵਰਸਿਟੀ ਦਾ ਵਧੀਆ ਮਾਹੌਲ ਰੱਖਣ ਦੇ ਲਈ ਸਾਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਇਨ ਏ ਸਿਵਲਾਈਜ਼ਡ ਮੈਨਰ। ਅਤੇ ਅੱਗੇ ਜਿਹੜਾ ਹੈ ਰੋਜ਼ ਦਾ ਵਿਹਾਰ, ਰੋਜ਼ ਜ਼ਿੰਦਗੀ ਦਾ ਪ੍ਰਵਾਹ ਅੱਗੇ ਚੱਲ ਪਿਆ, ਚੀਜ਼ਾਂ ਸ਼ਾਂਤ ਹੋ ਗਈਆਂ। ਇਹ ਗੱਲ ਮਾਰਚ ਅਪ੍ਰੈਲ ਦੀ ਹੈ, ਅਤੇ ਕੁਛ ਦਿਨ ਹੀ ਇਸ ਸ਼ਾਂਤੀ ਨੂੰ ਬੀਤੇ ਸੀ ਤਾਂ ਇੱਕ ਰਾਤ ਤਕਰੀਬਨ ਅੱਧੀ ਰਾਤ ਦੇ ਕਰੀਬ ਗੋਲੀਆਂ ਦੀ ਅਤੇ ਠਾਹ ਠਾਹ ਅਤੇ ਹੋਰ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋਈ 2 ਨੰਬਰ ਹੋਸਟਲ ਦੇ ਵਿੱਚੋਂ। ਅਤੇ ਮੈਂ ਉਸ ਵੇਲੇ 4 ਨੰਬਰ ਹੋਸਟਲ ਦੇ ਵਿੱਚ ਰਹਿੰਦਾ ਸੀ, ਜੋ 2 ਨੰਬਰ ਹੋਸਟਲ 1 ਨੰਬਰ ਦੇ ਹੋਸਟਲ ਲਈ ਬੈਕ ਸਾਈਡ 'ਤੇ ਸੀ, ਅਤੇ ਉੱਥੋਂ ਇਹ ਸਾਰਾ ਕੁਛ ਈਜ਼ੀਲੀ ਐਕਸੈਸੀਬਲ ਸੀ। ਅਤੇ 4 ਨੰਬਰ 'ਚੋਂ ਜਦੋਂ ਤੱਕ ਮੈਂ 2 ਨੰਬਰ 'ਚ ਆਇਆ ਜਾਂ 1 ਨੰਬਰ 'ਚ ਆਇਆ, ਹੋਰਾਂ ਨੂੰ ਹੋਰ ਬਾਕੀ ਵੀ ਜਾਗ ਪਏ ਸੀ, ਤਾਂ ਉਹਨਾਂ ਆ ਕੇ ਪਤਾ ਕੀਤਾ ਅਤੇ ਇਹ ਪਤਾ ਲੱਗਿਆ ਕਿ ਮੁਕਤਸਰ ਵਾਲਿਆਂ ਦੇ ਉੱਪਰ ਉਸ ਦੂਜੇ ਗੁੰਡਾ ਐਸਟੈਬਲਿਸ਼ਡ ਗੁੰਡਾ ਗਰੁੱਪ ਨੇ ਅਟੈਕ ਕੀਤਾ। ਅਤੇ ਖੈਰ ਉਸ ਤੋਂ ਮਗਰੋਂ ਉਹ ਉਸ ਵੇਲੇ ਜਾ ਚੁੱਕੇ ਸੀ। ਅਗਲੇ ਦਿਨ ਤੋਂ ਫਿਰ ਸਾਨੂੰ ਉਸ ਨੂੰ ਮੁੱਖ ਇਸ਼ੂ ਬਣਾ ਕੇ ਅਤੇ
ਗੱਲ ਅੱਗੇ ਚੱਲਣੀ ਪਈ ਅਤੇ ਰੈਲੀ ਵਗੈਰਾ ਮੁਜ਼ਾਹਰੇ ਵਗੈਰਾ ਸ਼ੁਰੂ ਹੋ ਗਏ। ਉਸ ਸ਼ਾਮ ਨੂੰ ਅਸੀਂ ਵਾਈਸ ਚਾਂਸਲਰ ਨੂੰ ਸਪੈਸ਼ਲੀ ਸੱਦ ਕੇ ਉਹ ਸਾਰਾ ਕੁਛ ਹੋਸਟਲ ਦਾ ਦਿਖਾਇਆ, ਜਿਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ, ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ, ਸ਼ੀਸ਼ਿਆਂ ਦੇ ਵਿੱਚ ਦੀ ਗੋਲੀਆਂ ਲੰਘੀਆਂ ਹੋਈਆਂ। ਲੇਕਿਨ ਫਾਰਚੂਨੇਟਲੀ ਥੋੜ੍ਹੇ ਬਹੁਤੇ ਨੁਕਸਾਨ ਤੋਂ ਮਗਰੋਂ, ਕਿਉਂਕਿ ਇਹ ਮੁਕਤਸਰ ਵਾਲੇ ਵੀ ਅੰਦਰ ਆਪਣੇ ਹਥਿਆਰ ਅਤੇ ਕਿਰਪਾਨਾਂ ਵਗੈਰਾ ਲੈ ਕੇ ਬੈਠੇ ਹੋਏ ਸੀ, ਔਰ ਰਿਵਾਲਵਰ ਵੀ ਸੀ ਇਹਨਾਂ ਕੋਲ। ਰਿਵਾਲਵਰ ਨਾ ਕਹਾਂ ਤਾਂ ਮੈਂ ਪਿਸਤੌਲ ਕਹਾਂ, ਵੀ ਇਹਨਾਂ ਕੋਲ ਸੀਗਾ। ਜਿਸ ਕਮਰੇ 'ਤੇ ਅਟੈਕ ਹੋਇਆ ਸੀ ਉਹ ਉਸ ਕਮਰੇ ਵਾਲਿਆਂ ਕੋਲ, ਅਤੇ ਲੇਕਿਨ ਇਹ ਵੀ ਬਚਾਅ ਹੋ ਗਿਆ। ਅਤੇ ਬਚਾਅ ਤਾਂ ਬੇਸ਼ੱਕ ਹੋ ਗਿਆ, ਲੇਕਿਨ ਮੁੱਦਾ ਦੁਬਾਰਾ ਭਖ ਗਿਆ ਸੀ। ਹੁਣ ਇਹ ਮੁੱਦਾ ਉਹਨਾਂ ਤੋਂ ਨਾ ਰਹਿ ਕੇ ਮੁੱਦਾ ਯੂਨੀਅਨ ਦਾ ਸੀ, ਕਿ ਇਹ ਯੂਨੀਵਰਸਿਟੀ ਦੇ ਮਾਹੌਲ ਦਾ ਮੁੱਦਾ ਸੀ। ਅਤੇ ਅਸੀਂ ਵਾਈਸ ਚਾਂਸਲਰ ਨੂੰ ਲਿਆ ਕੇ ਸਾਰਾ ਕੁਛ ਮੌਕੇ ਦੇ ਉੱਪਰ ਦਿਖਾਇਆ, ਅਤੇ ਉੱਥੇ ਫਿਰ ਅਸੀਂ ਰੈਲੀ ਵੀ ਕੀਤੀ, ਜਿਸ ਵਿੱਚ ਪ੍ਰਿਥੀਪਾਲ ਰੰਧਾਵਾ ਬੋਲਿਆ। ਅਤੇ ਜੋ ਮੈਨੂੰ ਵੀ ਮੈਂ ਉਸਨੂੰ ਇੱਕ ਬਹੁਤ ਯਾਦਗਾਰੀ ਭਾਸ਼ਣ ਉਸ ਦਾ ਰੇਟ ਕਰਦਾ। ਵੈਸੇ ਤਾਂ ਉਸ ਦੇ ਯਾਦਗਾਰੀ ਬਹੁਤ ਜ਼ਿਆਦਾ ਹੈ, ਹਰੇਕ ਭਾਸ਼ਣ ਹੀ ਉਸ ਦਾ ਯਾਦਗਾਰੀ ਹੁੰਦਾ ਸੀ। ਅਤੇ ਇਸ ਦੀਆਂ ਮੈਨੂੰ ਕੁਛ ਗੱਲਾਂ ਯਾਦ ਹੈ। ਮੇਰੀ ਜ਼ਹਿਨੀਅਤ ਦੇ ਵਿੱਚ ਇਹ ਯਾਦਗਾਰੀ ਭਾਸ਼ਣ ਹੈ। ਅਤੇ ਉਸ ਦੇ ਵਿੱਚ ਉਹਨੇ ਵਾਈਸ ਚਾਂਸਲਰ ਦੀ ਹਾਜ਼ਰੀ 'ਚ ਕਿਹਾ ਸਾਰੇ ਸਟੂਡੈਂਟਸ ਨੂੰ ਵੀ ਇਹਨਾਂ ਚੀਜ਼ਾਂ ਨਾਲ ਵੀ ਨਾ ਸਾਡਾ ਮਕਸਦ ਹੈ, ਨਾ ਇਹਨਾਂ ਚੀਜ਼ਾਂ ਦਾ ਸਾਡਾ ਕੋਈ ਜ਼ਿੰਦਗੀ 'ਚ ਰੋਲ ਹੈ। ਵੀ ਸਾਨੂੰ ਜ਼ਿੰਦਗੀ ਨੂੰ ਥੋੜ੍ਹਾ ਗੰਭੀਰਤਾ ਨਾਲ ਲੈ ਕੇ ਚੱਲਣਾ ਚਾਹੀਦਾ, ਅਤੇ ਜੋ ਜ਼ਿੰਦਗੀ ਦੇ ਸਾਡੇ ਗੰਭੀਰ ਮਸਲੇ ਆ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ। ਨਾਲ ਉਸਨੇ ਇਹ ਕਿਹਾ ਕਿ ਮੈਂ ਸਾਰੇ ਵਿਦਿਆਰਥੀਆਂ ਨੂੰ, ਸਾਰੇ ਸਾਥੀਆਂ ਨੂੰ ਬੇਨਤੀ ਕਰਦਾ, ਜੋ ਕਿ ਵਾਈਸ ਚਾਂਸਲਰ ਦੀ ਹਾਜ਼ਰੀ ਦੇ ਵਿੱਚ ਉਸਦਾ ਉਹ ਲੈਕਚਰ ਸੀ, ਕਿ ਜੇ ਤੁਹਾਡੀ ਆਪਣੀ ਲੜਾਈ ਹੈ, ਲੜਨ ਨੂੰ ਦਿਲ ਕਰਦਾ, ਜਾਓ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਲੜ ਲਓ, ਅਸੀਂ ਉੱਥੇ ਕਿਸੇ ਨੂੰ ਛਡਾਉਣ ਨਹੀਂ ਆਉਂਦੇ। ਅਤੇ ਲੇਕਿਨ ਯੂਨੀਵਰਸਿਟੀ 'ਚ ਇਹ ਚੀਜ਼ ਕਾਬਲੇ ਬਰਦਾਸ਼ਤ ਨਹੀਂ ਹੈ। ਅਤੇ ਨਾਲ ਇੱਕ ਹੋਰ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਕੋਈ ਵੀ ਵਿਦਿਆਰਥੀ ਆਪਣਾ ਭਰਾ, ਰਿਸ਼ਤੇਦਾਰ ਜਾਂ ਹੋਰ ਕੋਈ ਸੱਜਣ ਮਿੱਤਰ ਇੱਥੇ ਲੈ ਕੇ ਇਹੋ ਜਿਹੀ ਕਾਰਵਾਈ 'ਚ ਸ਼ਾਮਲ ਹੋਵੇ ਤਾਂ ਇੱਥੇ ਉਸ ਦੇ ਮਰੇ ਦਾ ਟਕਾ ਮੁੱਲ ਨਹੀਂ ਪੈਣਾ। ਔਰ ਮੈਨੂੰ ਉਸ ਦਾ ਜੋ ਸ਼ਬਦ ਹੈ ਬਹੁਤ ਸਪਸ਼ਟ ਤਰੀਕੇ ਨਾਲ ਯਾਦ ਹੈ ਵੀ ਇੱਥੇ ਆਏ ਦਾ ਟਕਾ ਮੁੱਲ ਨਹੀਂ ਪੈਣਾ, ਅਤੇ ਤੁਸੀਂ ਇਸ ਚੀਜ਼ ਨੂੰ ਸੰਭਲ ਜਾਓ। ਖੈਰ, ਇਹ ਗੱਲ ਇਸ ਤਰ੍ਹਾਂ ਉਸ ਦਿਨ ਦੀ ਰੈਲੀ ਖਤਮ ਹੋਈ। ਅਧਿਕਾਰੀਆਂ ਨੂੰ ਮੈਮੋਰੈਂਡਮ ਇਸ ਨੂੰ ਵੀ ਇਹਨਾਂ ਨੂੰ ਸਜ਼ਾ ਦਿਓ, ਇਹਨਾਂ ਨੇ ਮਾਹੌਲ ਖ਼ਰਾਬ ਕੀਤਾ। ਅਤੇ ਫਿਰ ਯੂਨੀਵਰਸਿਟੀਆਂ ਕੋਲ ਕੋਈ ਹੋਰ ਰਸਤਾ ਨਹੀਂ ਹੈ। ਜੋ ਕੁਛ ਕਰਦੇ ਸੀ ਉਹ ਅੰਡਰਹੈਂਡ ਤਰੀਕੇ ਨਾਲ ਕਰਦੇ ਸੀ ਉਹਨਾਂ ਦੀ ਸਪੋਰਟ, ਲੇਕਿਨ ਔਨ ਦਾ ਸਰਫੇਸ ਉਹ ਚੀਜ਼ਾਂ ਡਿਨਾਈ ਨਹੀਂ ਸੀ ਕਰ ਸਕਦੇ। ਅਤੇ ਇਹ ਵਾਰਤਾਲਾਪ, ਐਜੀਟੇਸ਼ਨ, ਇਹ ਸਾਰਾ ਕੁਛ ਚੱਲਦਾ ਰਿਹਾ। ਤਾਂ ਇੱਕ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਇੱਕ ਮੀਟਿੰਗ ਯਾਦ ਹੈ ਵੀ ਜੋ SSP ਦੇ ਨਾਲ ਸੀ, ਹੋਰ ਵੀ ਸ਼ਾਇਦ ਪੁਲਿਸ ਵਾਲੇ ਇੱਕ ਦੇ ਸੀ, ਅਤੇ ਇੱਕ ਸ਼ਾਇਦ DSP ਰੇਸ਼ਮ ਸਿੰਘ ਵੀ ਉੱਥੇ ਸੀ, ਮੈਨੂੰ ਹੁਣ ਹੋਰ ਨਹੀਂ ਯਾਦ ਆ ਰਿਹਾ। ਅਤੇ ਲੇਕਿਨ ਸਾਡੀ ਸਾਈਡ ਤੋਂ ਪ੍ਰਿਥੀ, ਜਸਪਾਲ, ਜੱਸੀ ਅਤੇ ਮੈਂ, ਅਸੀਂ ਤਿੰਨੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ। ਤਾਂ ਯੂਨੀਵਰਸਿਟੀ ਵੱਲੋਂ ਸਟੇਟ ਅਫਸਰ TS ਸੰਧੂ ਅਤੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਪ੍ਰਿਥੀਪਾਲ ਸ਼ਾਮਲ ਸੀ। ਉੱਥੇ ਸਾਡੀ ਸਾਰੀ ਗੱਲਬਾਤ ਹੋਈ ਇਸ ਦੇ ਵਿੱਚ ਵੀ ਇਹ ਯੂਨੀਵਰਸਿਟੀ ਦਾ ਜੋ ਮਾਹੌਲ ਹੈ ਵੀ ਇਸ ਨੂੰ ਸ਼ਾਂਤ ਕਰੋ। ਅਤੇ ਮੈਨੂੰ ਇਸ ਗੱਲ ਦਾ ਯਾਦ ਹੈ ਕਿ ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ, ਅਤੇ TS ਸੰਧੂ ਦਾ ਇਹ ਕਹਿਣਾ ਸੀ ਵੀ ਜਦੋਂ ਤਾਈਂ ਅਸੀਂ ਇਨਫੋਰਮ ਕਰਦੇ ਹਾਂ ਪੁਲਿਸ ਨੂੰ, ਪੁਲਿਸ ਦੇ ਆਉਣ ਤੱਕ ਉਹ ਯੂਨੀਵਰਸਿਟੀ 'ਚੋਂ ਕਿਸੇ ਹੋਰ ਪਾਸੇ ਚਲੇ ਗਏ ਹੁੰਦੇ ਆ। ਅਤੇ ਮੇਰਾ ਕੁਛ ਆਖਰੀ ਵਰਡ ਇਹ ਸੀਗੇ ਵੀ ਜੇ ਪੁਲਿਸ, ਯੂਨੀਵਰਸਿਟੀ ਅਥਾਰਟੀਜ਼ ਅਤੇ ਅਸੀਂ ਚਾਹੁੰਦੇ ਹਾਂ, ਸਟੂਡੈਂਟਸ ਚਾਹੁੰਦੇ ਆ, ਅਤੇ ਫਿਰ ਯੂਨੀਵਰਸਿਟੀ 'ਚ ਗੁੰਡਾਗਰਦੀ ਹੋ ਨਹੀਂ ਸਕਦੀ। ਅਤੇ SSP ਨੇ ਸਾਨੂੰ ਫਾਈਨਲ ਵਰਡ ਇਹ ਕਹੇ
ਵੀ ਜੇ ਤੁਹਾਨੂੰ ਕਿਤੇ ਵੀ ਨਜ਼ਰ ਆਉਂਦੇ ਆ ਤਾਂ ਸਾਨੂੰ ਫ਼ੋਨ ਕਰੋ ਅਤੇ ਅਸੀਂ ਤੁਰੰਤ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ, ਵੀ ਅਸੀਂ ਵੀ ਉਹਨਾਂ ਦੀ ਭਾਲ ਦੇ ਵਿੱਚ ਹਾਂ। ਅਤੇ ਮੈਂ ਇਸ ਗੱਲ ਨੂੰ ਮੈਂ ਹੁਣ ਜਦੋਂ ਰੈਟਰੋਸਪੈਕਟਿਵਲੀ ਸੋਚਦਾ ਵੀ ਮੈਂ ਕਿੰਨਾ ਨਾਈਵ ਸੀ, ਮੈਂ SSP ਦੀ ਇਸ ਗੱਲ ਨੂੰ ਸੱਚ ਮੰਨ ਗਿਆ। ਅਤੇ SSP ਉਦੋਂ ਗੁਰਇਕਬਾਲ ਸਿੰਘ, ਗੁਰਇਕਬਾਲ ਜਾਂ ਉਸਦਾ, ਦੋਨਾਂ 'ਚੋਂ ਮੈਨੂੰ ਨਾਂ ਨਹੀਂ ਪਤਾ, ਦੋਨੇ ਬ੍ਰਦਰ ਸੀ ਜੋ ਦੋਨੇ SSP ਸੀਗੇ, ਭੁੱਲਰ ਬ੍ਰਦਰਸ, ਅਤੇ ਉਹਨਾਂ 'ਚੋਂ ਇੱਕ ਭੁੱਲਰ ਸੀ। ਅਤੇ ਅਸੀਂ ਕੁਛ ਇਹਨਾਂ ਦਾ ਪਿੱਛਾ ਵੀ ਕਰਨਾ ਸ਼ੁਰੂ ਕੀਤਾ ਉਦੋਂ ਆਉਣ ਵਾਲੇ ਦਿਨਾਂ 'ਚ। ਅਤੇ ਉਹਦੇ 'ਚ ਇੱਕ ਦਿਨ ਗੋਗੀ ਜੋ ITI ਦਾ ਸਟੂਡੈਂਟ ਸੀ ਅਤੇ ਮੈਂ, ਇਹ ਸਾਨੂੰ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਮਿਲ ਗਏ। ਅਤੇ ਅਸੀਂ ਦੇਖ ਕੇ ਉੱਥੋਂ ਉਸ ਗੁਰੂ ਨਾਨਕ ਸਟੇਡੀਅਮ ਦੇ ਆਫਿਸ 'ਚ ਜਾ ਕੇ ਮੈਂ SSP ਨੂੰ ਫ਼ੋਨ ਕੀਤਾ, ਤਾਂ ਫ਼ੋਨ ਉਸਨੇ ਚੱਕਿਆ। ਜਦੋਂ ਮੈਂ ਦੱਸਿਆ, ਬੋਲਣ ਲੱਗਾ ਕਿ ਮੈਂ ਕੌਣ ਹਾਂ, ਅਤੇ ਉਹਨੇ ਫ਼ੋਨ ਰੱਖ ਦਿੱਤਾ। ਸੋ ਮੈਂ ਇਹ ਆਪਣੀ ਨਾਈਵਟੀ ਦਾ ਤੁਹਾਡੇ ਸਾਹਮਣੇ ਮਿਸਾਲ ਦੇ ਰਿਹਾ ਕਿ ਮੈਂ SSP ਦੇ ਕਹੇ ਨੂੰ ਸੱਚ ਮੰਨ ਗਿਆ। ਅਤੇ ਸੋ ਲੇਕਿਨ ਇਹ ਪ੍ਰਵਾਹ ਅੱਗੇ ਚੱਲਦਾ ਰਿਹਾ ਅਤੇ ਆਖਰ VC ਨੂੰ ਉਸ 'ਤੇ ਐਕਸ਼ਨ ਲੈਣਾ ਪਿਆ, ਅਤੇ ਜਿਸ ਵਿੱਚੋਂ ਇਹ 3-4 ਸਟੂਡੈਂਟ ਜਿਹੜੇ ਸੀ 2 ਸਮੈਸਟਰ ਲਈ ਯੂਨੀਵਰਸਿਟੀ ਦੇ ਵਿੱਚੋਂ ਕੱਢ ਦਿੱਤੇ ਗਏ, ਜੋ ਬਾਅਦ ਵਿੱਚ ਪ੍ਰੈਸ਼ਰ ਪਾ ਕੇ, ਪੋਲੀਟੀਕਲ ਪ੍ਰੈਸ਼ਰ ਵੀ ਹੋਏਗਾ, ਅਤੇ ਇਹਨਾਂ ਦੀ ਜਿਹੜੀ ਰਸਟੀਕੇਸ਼ਨ ਸੀ ਉਹ 1 ਟਰਾਈਮੈਸਟਰ ਲਈ ਕਰ ਦਿੱਤੀ। ਸੌਰੀ, ਉਸ ਵੇਲੇ ਟਰਾਈਮੈਸਟਰ ਸਿਸਟਮ ਹੀ ਸੀ, ਸਮੈਸਟਰ ਸਿਸਟਮ ਨਹੀਂ ਸੀ। ਸੋ ਉਹਨਾਂ ਨੂੰ 2 ਟਰਾਈਮੈਸਟਰ ਵਾਸਤੇ ਕੱਢਿਆ ਗਿਆ ਸੀ, ਅਤੇ ਮਗਰੋਂ 1 ਸਮੈਸਟਰ ਉਹਨਾਂ ਦਾ ਘੱਟ ਕਰ ਦਿੱਤਾ। ਉਹਦੇ 'ਚੋਂ 3-4 ਸਟੂਡੈਂਟ ਸੀ, ਜਿਹਦੇ ਵਿੱਚ ਮੇਰਾ ਖਿਆਲ ਅਵਤਾਰ ਕਰੈਕ, ਜੱਗੀ, ਬੇਅੰਤ, ਅਤੇ ਇਹ ਇੱਥੇ ਇੱਕ ਹੋਰ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦੇਵਾਂ ਕਿ ਇੱਕ ਬਲਜਿੰਦਰ ਕਰੈਕ ਅਤੇ ਇੱਕ ਅਵਤਾਰ ਕਰੈਕ, ਇਹ ਦੋਨੇ ਅੱਡ-ਅੱਡ ਬੰਦੇ ਨੇ। ਬਲਜਿੰਦਰ ਕਰੈਕ ਉਦੋਂ ਯੂਨੀਵਰਸਿਟੀ ਦਾ ਸਟੂਡੈਂਟ ਨਹੀਂ ਸੀ, ਅਵਤਾਰ ਕਰੈਕ ਯੂਨੀਵਰਸਿਟੀ ਦਾ ਸਟੂਡੈਂਟ ਸੀਗਾ, ਲੇਕਿਨ ਇਹ ਸੀ ਇੱਕੋ ਗੁੰਡਾ ਗਰੁੱਪ ਦੇ ਹੀ। ਅਤੇ ਉਸ ਤੋਂ ਬਾਅਦ 78 ਦਾ ਸੈਸ਼ਨ, ਜਿਹੜਾ 77-78 ਦਾ ਸੈਸ਼ਨ ਖ਼ਤਮ ਹੋ ਗਿਆ, ਅਤੇ ਮੈਂ ਵੀ ਯੂਨੀਵਰਸਿਟੀ 'ਚੋਂ ਗ੍ਰੈਜੂਏਟ ਹੋ ਗਿਆ। ਬਾਕੀਆਂ ਦੀ ਤਾਂ ਗ੍ਰੈਜੂਏਸ਼ਨ ਚੱਲਦੀ ਸੀ। ਅਤੇ ਇਸ ਵਿੱਚ ਇੱਕ ਦੋ ਸਾਡੇ 'ਤੇ ਇਲਜ਼ਾਮ ਆਏ, ਜਿਹੜਾ ਕਿ ਇਸ ਗੁੰਡਾ ਗਰੁੱਪ ਵੱਲੋਂ ਕਹਿ ਲਓ ਅਤੇ ਸਾਡੇ ਸਟੂਡੈਂਟਸ ਵੱਲੋਂ ਵੀ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ ਵੀ ਆ ਕੇ ਸਾਡੇ ਨਾਲ ਗੱਲ ਕਰੋ, ਅਤੇ ਆ ਕੇ ਤੁਸੀਂ ਮੀਟਿੰਗ ਦੇ ਵਿੱਚ ਆਪਣਾ ਪੱਖ ਰੱਖੋ, ਜਿਸ ਨੂੰ ਮੁਕਤਸਰ ਵਾਲਿਆਂ ਨੇ ਐਕਸੈਪਟ ਕੀਤਾ। ਅਤੇ ਉਹ ਦੂਸਰਾ ਗਰੁੱਪ ਉੱਥੇ ਨਹੀਂ ਆਇਆ। ਤਾਂ ਇੱਕ ਇਹ ਸਤਵੰਤ ਨਾਲ ਮੇਰਾ ਖਿਆਲ ਇੱਕ ਦੀ ਉਹਨਾਂ ਦੇ ਵਿੱਚੋਂ ਗੱਲ ਹੋਈ ਹੈ, ਤਾਂ ਉਸ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਦੇ ਨਾਲ ਸਾਡਾ ਕੋਈ ਰੌਲਾ ਨਹੀਂ, ਅਤੇ ਨਾ ਹੀ ਅਸੀਂ ਪਾਉਣਾ ਚਾਹੁੰਦੇ ਹਾਂ, ਪਰ ਤੁਹਾਨੂੰ ਵੀ ਦੂਜਿਆਂ ਦੀ ਮਦਦ ਵਿੱਚ ਨਹੀਂ ਜਾਣਾ ਚਾਹੀਦਾ ਸੀ। ਤਾਂ ਸਤਵੰਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੀਟਿੰਗ ਦੇ ਵਿੱਚ ਆਓ, ਆਪਦੀ ਗੱਲ ਰੱਖੋ, ਸਾਡਾ ਕਿਸੇ ਨਾਲ ਕੋਈ ਮਦਦ ਨਹੀਂ, ਲੈ ਸਾਡੀ ਆਪਣੀ ਪੋਜੀਸ਼ਨ ਇਹ ਹੈ। ਅਤੇ ਸੋ ਮੁਕਤਸਰ ਗਰੁੱਪ ਨੇ ਕੋਈ ਇਹੋ ਜਿਹੀ ਗੱਲ ਵੀ ਨਹੀਂ ਕੀਤੀ, ਲੇਕਿਨ ਕੁਛ ਗੱਲਾਂ ਬਾਅਦ ਵਿੱਚ ਸਾਹਮਣੇ ਆਈਆਂ ਕਿ ਡਾਇਰੈਕਟਰ ਦੇ ਕੋਲ ਜਾ ਕੇ ਇਹ ਆਪਣੀਆਂ ਸਫਾਈਆਂ ਪੇਸ਼ ਕਰਦੇ ਰਹੇ ਆ ਕਿ ਅਸੀਂ ਤਾਂ ਯੂਨੀਅਨ ਦੇ ਨਾਲ ਬਿਲਕੁਲ ਨਹੀਂ ਆ, ਉਹੀ ਸਾਡੇ ਕੋਲ ਆਉਂਦੇ ਆ, ਉਹੀ ਸਾਡੇ ਕੋਲ ਕਹਿੰਦੇ ਆ। ਅਤੇ ਇਹਦਾ ਜੋ ਮੀਡੀਆ ਜਾਂ ਮਿਡਲਮੈਨ ਸੀ, ਉਹ ਤੁਸੀਂ ਸਮਝ ਸਕਦੇ ਹੋ ਮੇਰੀ ਪਹਿਲੀ ਗੱਲ ਤੋਂ ਕਿ ਕੋਚ ਹੋਏਗਾ ਉੱਥੋਂ ਦਾ, ਲੇਕਿਨ ਇਹ ਅਲਟੀਮੇਟਲੀ ਇੱਕੋ ਹੀ ਗਰੁੱਪ ਸੀ, ਇਨਕਲੂਡਿੰਗ ਕੋਚ, ਇਨਕਲੂਡਿੰਗ ਡਾਇਰੈਕਟਰ, ਅਤੇ ਇਨਕਲੂਡਿੰਗ ਇਹ ਜੋ ਮੁਕਤਸਰ ਦਾ ਗਰੁੱਪ ਸੀ, ਐਕਸੈਪਟ ਵੀ ਕੁਛ ਸਾਈਲੈਂਟ ਸਪੋਰਟਰ ਸਾਡੇ ਸੀਗੇ ਇਹਨਾਂ ਦੇ ਵਿੱਚ। ਅਤੇ ਸੋ ਇਸ ਤਰ੍ਹਾਂ ਤਾਂ ਸਾਥੀਓ ਆਪਾਂ ਖ਼ਤਮ ਕਰਦੇ ਹਾਂ ਆਪਣਾ 78 ਦਾ ਸੈਸ਼ਨ। ਅਤੇ ਉਸ ਤੋਂ ਮਗਰੋਂ 79 ਦੇ ਵਿੱਚ ਜਦੋਂ ਕੁਛ ਗੱਲਾਂ ਸ਼ੁਰੂ ਹੁੰਦੀਆਂ, ਆਪਾਂ ਉਸ ਨੂੰ ਨਾ 79 ਨਹੀਂ 78-79 ਦੇ ਸੈਸ਼ਨ ਦੀਆਂ ਗੱਲਾਂ, ਉਸ ਨੂੰ ਆਪਾਂ ਨਵੇਂ ਸਿਰਿਓਂ ਕੱਲ੍ਹ ਤੋਂ ਫਿਰ ਸ਼ੁਰੂ ਕਰਾਂਗੇ ਵਿਦ ਆਲ ਦਿਸ ਇਨਫੋਰਮੇਸ਼ਨ। ਅਤੇ ਮੈਂ ਉਮੀਦ ਕਰਦਾ ਕਿ ਉਹ ਮੇਰਾ ਆਖਰੀ ਸੈਸ਼ਨ ਹੋਏਗਾ ਇਸ ਆਪਣੀ ਯਾਤਰਾ ਦਾ।
ਤੇ ਲੇਕਿਨ ਬਾਕੀ ਕੱਲ੍ਹ ਨੂੰ ਉਸ ਵਿੱਚ ਵਿਚਾਰਿਆ ਜਾਊਗਾ। ਜੇ ਲੋੜ ਵੀ ਪਈ ਤਾਂ ਇੱਕ ਹੋਰ ਸੈਸ਼ਨ ਕਰ ਲਵਾਂਗੇ, ਲੇਕਿਨ ਇਸ ਬਾਰੇ ਕੁਛ ਫੈਸਲਾ ਆਪਾਂ ਕੱਲ੍ਹ ਨੂੰ ਕਰਾਂਗੇ। ਅਤੇ ਮੈਂ ਆਪਣੇ ਸਾਥੀਆਂ ਤੋਂ ਇਸ ਵੇਲੇ ਇਜਾਜ਼ਤ ਲੈਂਦਾ ਅਤੇ ਸੋ ਸਾਥੀਓ, ਲਾਲ ਸਲਾਮ, ਕੱਲ੍ਹ ਨੂੰ ਫਿਰ ਮਿਲਾਂਗੇ।